ਗਜਨੀ ਅਫਗਾਨਿਸਤਾਨ ਤੋਂ ਇਹ ਸਿੱਖ ਹੈਗੇ ਆ ਜਿਹੜੇ ਇੰਡੀਆ ਦੇ ਵਿੱਚ ਪਰਿਵਾਰ ਰਹਿ ਰਹੇ ਆ। 94 ਪਰਿਵਾਰ ਦੱਸਿਆ ਹੈਗਾ, 100 ਦੇ ਨੇੜੇ ਤੇੜੇ ਪਰਿਵਾਰ ਨਹੀਂ ਰਹਿ ਰਹੇ ਆ। ਤਾਂ ਉਹਨਾਂ ਦੇ ਹਾਲਾਤ ਇੱਥੇ ਕਿਸ ਤਰ੍ਹਾਂ ਹੈਗੇ ਆ, ਕਿਉਂਕਿ ਉਹ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਅਜੇ ਨਾਗਰਿਕਤਾ ਜਿਹੜੀ ਆ ਉਹਨਾਂ ਨੂੰ ਨਹੀਂ ਮਿਲੀ। ਤੁਹਾਨੂੰ ਪਤਾ ਹੈ ਆਪਣਾ ਦੇਸ਼ ਛੱਡ ਕੇ ਆਉਣਾ ਕੁਝ ਆਸਾਨ ਗੱਲ ਨਹੀਂ ਹੁੰਦੀ ਹੈ, ਬਹੁਤ ਔਖੀ ਗੱਲ ਹੁੰਦੀ ਹੈ। ਤੇ ਉੱਥੋਂ ਆਪਣਾ ਕਾਰੋਬਾਰ ਛੋੜ ਕੇ ਆਉਣਾ, ਆਪਣਾ ਘਰ ਛੋੜ ਕੇ ਆਉਣਾ, ਆਪਣੀ ਜ਼ਿੰਦਗੀ ਛੋੜ ਕੇ ਆਉਣਾ ਉਹ ਬਹੁਤ ਵੱਡੀ ਗੱਲ ਹੁੰਦੀ ਹੈ। ਮੈਂ ਧੰਨਵਾਦ ਕਰਦਾ ਉਹਨਾਂ ਸੰਸਥਾਵਾਂ ਦਾ ਜਿਨ੍ਹਾਂ ਨੇ ਸਾਨੂੰ ਆਪਣਾ ਭਰਾ ਸਮਝ ਕੇ, ਆਪਣੀ ਜੀ ਔਲਾਦ ਸਮਝ ਕੇ, ਆਪਣੀ ਛਾਤੀ ਨਾਲ ਲਾ ਕੇ ਸਾਨੂੰ 1 ਸਾਲ ਚਲਾਇਆ। ਇਹ ਜਿਹੜਾ ਪੂਰਾ ਸਾਲ ਹੈ ਲੋਕਡਾਊਨ, ਕੋਵਿਡ, ਮਤਲਬ ਜਾਂ ਸਾਡੀ ਜਿਹੜੀ ਭਾਸ਼ਾ ਹੈ ਨਾ ਉਹ ਵੀ ਇੰਡੀਅਨ ਦੇ ਸਮਝ ਵਿੱਚ ਨਹੀਂ ਆਉਂਦੀ, ਇਸ ਕਰਕੇ ਅਸੀਂ ਕੁਝ ਕੰਮ ਕਾਰ ਨਹੀਂ ਕਰ ਸਕੇ। ਹੁਣ ਸਾਡੀ ਅਪੀਲ ਹੈ ਯੂਨਾਈਟਿਡ ਸਿੱਖ ਟੀਮ ਵਾਸਤੇ, ਬੇਨਤੀ ਹੈ ਜੋ ਜਿਸ ਤਰ੍ਹਾਂ ਤੁਸੀਂ 1 ਸਾਲ 11 ਪਰਿਵਾਰਾਂ ਦੀ ਬਹੁਤ ਬਾਖੂਬੀ ਤੇ ਬਿਨਾਂ ਕਿਸੇ ਚਿਕ ਦੇ ਉਹਨਾਂ ਨੇ ਬਹੁਤ ਬਾਖੂਬੀ ਸੇਵਾ ਕੀਤੀ ਹੈ। 11 ਪਰਿਵਾਰ ਦੀ ਨੁਮਾਇੰਦਗੀ ਵਜੋਂ ਦਾਸ ਉਹਨਾਂ ਵਾਸਤੇ ਬੇਨਤੀ ਕਰਦੇ ਨੇ ਕਿ 1 ਸਾਲ ਵਾਸਤੇ ਹੋਰ ਵੀ ਸਾਡੇ ਨਾਲ ਮਦਦ ਕੀਤੀ ਜਾਵੇ। ਕਿਉਂ ਸਿੱਖ ਨੂੰ ਮੰਗ ਕੇ ਖਾਣਾ ਬਹੁਤ ਗਲਤ ਗੱਲ ਹੈ, ਪਰ ਆਪਣੇ ਭਰਾ ਕੋਲ ਵੀ ਮੰਗਣਾ ਕੋਈ ਗਲਤ ਨਹੀਂ ਹੁੰਦਾ ਹੈ। ਕਿਉਂ ਅਸੀਂ ਆਪਣੇ ਭਰਾਵਾਂ ਕੋਲ ਮੰਗਨੇ ਆ। ਸਤਿਗੁਰ ਕਿਰਪਾ ਕਰੇ ਸਾਡੇ ਤੇ ਵੀ ਉਹ ਦਿਨ ਆ ਜਾਵੇ ਵਾਪਸ ਕਿ ਅਸੀਂ ਇਸ ਟੀਮ ਦੇ ਨਾਲ ਖੜੇ ਹੋ ਕੇ ਕਿਸੇ ਹੋਰ ਲੋੜਵੰਦ ਦੀ ਮਦਦ ਕਰ ਸਕਿਆ। ਬੱਚੇ ਆ ਪੜ੍ਹਨ ਵਾਲੇ ਜਾਂ ਕੁਛ ਕਾਲਜ ਜਾਣ ਵਾਲੇ ਬੱਚੇ ਹੈਗੇ ਕਿ ਉਹਨਾਂ ਦੀ ਐਡਮਿਸ਼ਨਾਂ ਵਗੈਰਾ ਤੇ ਤੁਸੀਂ ਕਰਵਾ ਰਹੇ ਹੋ, ਉਹਨਾਂ ਨੂੰ ਜਿਹੜੀ ਦੁਨਿਆਵੀ ਵਿੱਦਿਆ ਦੇ ਰਹੇ? ਬਦਬਖਤਾਨਾ ਕਿ ਸਾਡੇ ਕੋਲ ਉਹ ਬੱਚੇ ਨਹੀਂ ਜੋ ਕਾਲਜ ਪੜ੍ਹ ਸਕਣ, ਕਿਉਂਕਿ ਉੱਥੇ ਨਹੀਂ ਛੋਟੇ ਨਹੀਂ ਵੱਡੇ ਵੀ ਉੱਥੇ ਅਫਗਾਨਿਸਤਾਨ ਵਿੱਚ ਆਪਣੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਆਪਣੀ ਪੜ੍ਹਾਈ ਵੀ ਸਭ ਛੋੜ ਦਿੱਤੀ। ਲੇਕਿਨ ਹੁਣ ਜਿਹੜੀ ਪੀੜ੍ਹੀ ਹੈ, ਸਾਡੇ ਬੱਚੇ ਨੇ, ਉਹਨਾਂ ਵਾਸਤੇ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ। ਯਕੀਨ ਕਰੋ 10 ਹੁਣ ਕੰਮ ਤੋਂ ਆਇਆ ਕੱਪੜੇ ਮੇਰੇ ਸ਼ਾਇਦ ਦੇਖ ਲਿਓ ਤੁਸੀਂ। ਜਿਹੜੀ ਅਨਪੜ੍ਹ ਦੀ ਜ਼ਿੰਦਗੀ ਹੁੰਦੀ ਹੈ ਉਹ ਕੋਰਾ ਵਾਂਗ ਹੁੰਦੀ ਹੈ, ਜੇ ਬਿਨਾਂ ਅੱਖਾਂ ਵਾਂਗ ਹੁੰਦੀ ਹੈ। ਅਤੇ ਅਸੀਂ ਉਹ ਜਿਹੜੀ ਹਾਲਾਤ ਸਾਡੇ 'ਤੇ ਗੁਜ਼ਰਦੀ ਹੈ, ਅਸੀਂ ਉਹ ਹਾਲਾਤ ਆਪਣੇ ਬੱਚਿਆਂ ਵਾਸਤੇ ਨਹੀਂ ਦੇਖ ਸਕਦੇ ਹਾਂ। ਅਫਗਾਨਿਸਤਾਨ ਦੇ 100 ਦੇ ਨੇੜੇ ਤੇੜੇ ਪਰਿਵਾਰ ਜਿਹੜੇ ਆ ਉਹ ਭਾਰਤ ਵਿੱਚ ਵਸਦੇ ਆ। ਹਾਲਾਤ ਠੀਕ ਨਾ ਹੋਣ ਕਰਕੇ ਰਾਜਸੀ ਸ਼ਰਨ ਜਿਹੜੀ ਹੈ ਉਹ ਇਹਨਾਂ ਸਿੱਖਾਂ ਨੂੰ ਇੱਥੇ ਮਿਲੀ ਹੋਈ ਹੈ। ਬਹੁਤ ਸਾਰੀਆਂ ਇਸ ਮੁਲਕ ਦੇ ਵਿੱਚ ਸੇਵਾ ਕਰਦੀਆਂ ਸਿੱਖ ਸੰਸਥਾਵਾਂ ਉੱਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਿੱਖੀ ਦੀ ਖਾਤਰ, ਮਨੁੱਖੀ ਅਧਿਕਾਰਾਂ ਦੀ ਖਾਤਰ ਆਵਾਜ਼ ਚੁੱਕਣ ਵਾਲੀਆਂ ਸੰਸਥਾਵਾਂ ਜਿਹੜੀਆਂ ਇਹਨਾਂ ਪਰਿਵਾਰਾਂ ਦੇ ਲਈ ਜਿਹੜਾ ਉਹ ਆਪਣਾ ਯੋਗਦਾਨ ਪਾ ਰਹੀਆਂ ਨੇ। ਸਾਡੇ ਨਾਲ ਅਫਗਾਨ ਸਿੱਖ ਮੌਜੂਦ ਨੇ, ਅਸੀਂ ਉਹਨਾਂ ਨਾਲ ਕੁਝ ਸਮਾਂ ਗੱਲਬਾਤ ਕਰਾਂਗੇ। ਸਵਾਗਤ ਹੈ ਜੀ KTV ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੁਹਾਡਾ ਨਾਮ ਵੀਰ ਜੀ ਕਿਰਪਾ ਕਰਕੇ ਦੱਸੋ। ਮੇਰਾ ਨਾਮ ਛੈਬੁਲ ਸਿੰਘ ਦਾਸ, ਗਜ਼ਨੀ ਅਫਗਾਨਿਸਤਾਨ ਤੋਂ। ਗਜਨੀ ਅਫਗਾਨਿਸਤਾਨ ਤੋਂ ਇਹ ਸਿੱਖ ਹੈਗੇ ਆ। ਅਸੀਂ ਪਹਿਲਾਂ ਵੀ ਇਹਨਾਂ ਨਾਲ 2 ਵਾਰ ਮੁਲਾਕਾਤ ਕਰ ਚੁੱਕੇ ਹਾਂ। ਜਦੋਂ ਇਹ ਇੱਧਰ ਆਏ ਜਾਂ ਇਹਨਾਂ ਦੇ ਨਾਲ ਦੀ ਕੁਛ ਜਿਹੜੀ ਸੰਗਤ ਹੈਗੀ ਉੱਥੇ ਕੁਛ ਧਮਾਕੇ ਜਦੋਂ ਹੋਏ ਆ, ਬੰਬ ਧਮਾਕੇ ਹੋਏ, ਉਹਨਾਂ 'ਚ ਬਹੁਤ ਸਾਰੀਆਂ ਸ਼ਹੀਦੀਆਂ ਜਿਹੜੀਆਂ ਇਹਨਾਂ ਪਰਿਵਾਰਾਂ ਦੇ ਮੈਂਬਰਾਂ ਦੀਆਂ ਹੋਈਆਂ। ਤਾਂ ਅੱਜ ਸਾਡਾ ਇਹ ਇੰਟਰਵਿਊ ਕਰਨ ਦਾ ਜਿਹੜਾ ਸਬੱਬ ਬਣਿਆ, ਹਾਲਾਤ ਕਿਸ ਤਰ੍ਹਾਂ ਦੇ ਹੈਗੇ ਆ ਇੱਥੇ ਜਿਹੜੇ ਇੰਡੀਆ ਦੇ ਵਿੱਚ ਪਰਿਵਾਰ ਰਹਿ ਰਹੇ ਆ। 94 ਪਰਿਵਾਰ ਦੱਸਿਆ ਹੈਗਾ, 100 ਦੇ ਨੇੜੇ ਤੇੜੇ ਪਰਿਵਾਰ ਨਹੀਂ ਰਹਿ ਰਹੇ ਆ। ਤਾਂ ਉਹਨਾਂ ਦੇ ਹਾਲਾਤ ਇੱਥੇ ਕਿਸ ਤਰ੍ਹਾਂ ਹੈਗੇ ਆ, ਕਿਉਂਕਿ ਉਹ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਅਜੇ ਨਾਗਰਿਕਤਾ ਜਿਹੜੀ ਆ ਉਹਨਾਂ ਨੂੰ ਨਹੀਂ ਮਿਲੀ। ਤਾਂ ਕਿਹੜੀਆਂ ਸੰਸਥਾਵਾਂ, ਕਿਸ ਤਰ੍ਹਾਂ ਸਿੱਖ ਸੰਸਥਾਵਾਂ ਇਹਨਾਂ ਦੀ ਮਦਦ ਕਰ ਰਹੀਆਂ ਨੇ, ਕਿਸ ਤਰ੍ਹਾਂ ਇਹ ਆਪਣਾ ਗੁਜ਼ਾਰਾ ਜਿਹੜਾ ਹੈਗਾ ਚਲਾ ਰਹੇ ਨੇ, ਅਸੀਂ ਉੱਤੇ ਚਰਚਾ ਕਰਾਂਗੇ। ਤਾਂ ਵੀਰ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹੈਗਾ, 94 ਪਰਿਵਾਰ ਜਿਹੜਾ ਹੈਗਾ ਸਹੀ ਤੁਸੀਂ ਸਾਨੂੰ ਦੱਸਿਆ ਵੀ ਇੱਧਰ ਹੈਗੇ ਆ, ਤਾਂ ਉਹ ਸਾਰੇ ਪਰਿਵਾਰ ਦਿੱਲੀ ਦੇ ਕਿੰਨਾ ਇਲਾਕਿਆਂ 'ਚ ਰਹਿ ਰਹੇ ਆ ਔਰ ਕਦੋਂ ਤੋਂ ਜਿਹੜੇ ਸਾਰੇ ਪਰਿਵਾਰ ਇੱਧਰ ਆਏ, ਅਸੀਂ ਗੱਲ ਕਰੀਏ? ਤਕਰੀਬਨ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਸ ਤਰ੍ਹਾਂ ਕਾਬਲ ਗੁਰਦੁਆਰਾ ਗੁਰੂ ਹਰਿਰਾਏ ਸਾਹਿਬ ਜੀ ਵਿੱਚ ਹਮਲਾ ਹੋ ਗਿਆ ਅਤੇ ਉਦੋਂ ਬਾਅਦ ਸਿੱਖਾਂ ਨੇ ਯਤਨ ਕੀਤਾ ਕਿ ਹੁਣ ਸਾਡੀ ਰਹਿਣ ਦੀ ਜਗ੍ਹਾ ਅਫਗਾਨਿਸਤਾਨ ਨਹੀਂ, ਕਿਉਂਕਿ ਜੇ ਕਿਸੇ ਇੱਕ ਬੰਦੇ 'ਤੇ ਵਾਰ ਕੀਤਾ ਜਾਂਦਾ ਹੈ ਅਤੇ ਉਹ ਵੱਖਰੀ ਗੱਲ ਹੈ। ਜੇ ਧਰਮ ਅਸਥਾਨ ਵਿੱਚ ਜਾ ਕੇ ਵਾਰ ਕੀਤਾ ਜਾਂਦਾ ਹੈ ਉਹ ਸਾਰੀ ਪੰਥਕ ਗੱਲ ਹੋ ਜਾਂਦੀ ਹੈ। ਮਤਲਬ ਉਹਨਾਂ ਨੇ ਸਾਰਿਆਂ ਨੇ ਸੋਚ ਕੀਤੀ ਕਿ ਅੱਜ ਤੋਂ ਬਾਅਦ ਸਾਡਾ ਰਹਿਣਾ ਕਿਉਂ ਇੱਥੇ ਗੁਜ਼ਾਰਾ ਨਹੀਂ ਹੋ ਸਕਦਾ, ਕਿਉਂਕਿ ਅੱਜ ਗੁਰ ਅਸਥਾਨ 'ਤੇ ਹਮਲਾ ਹੋ ਗਿਆ, ਕੱਲ੍ਹ ਹੋ ਸਕਦਾ ਹੋਰ ਵੀ ਇਸ ਤੋਂ ਵੱਧ ਕੁਛ ਹੋ ਸਕੇ। ਤਾਂ ਉਸ ਤੋਂ ਬਾਅਦ ਸਿੱਖਾਂ ਨੇ ਸੋਚ ਕੀਤੀ ਕਿ ਹੁਣ ਕੁਛ ਟਾਈਮ ਵਾਸਤੇ ਜਦੋਂ ਤੱਕ ਹਾਲਾਤ ਠੀਕ ਹੁੰਦੇ ਨੇ, ਮਤਲਬ ਅਫਗਾਨਿਸਤਾਨ ਨੂੰ ਛੱਡ ਕੇ ਜਾਣਾ ਚਾਹੀਦਾ ਹੈ, ਆਪਣਾ ਦੇਸ਼ ਛੱਡ ਕੇ ਜਾਣਾ ਚਾਹੀਦਾ ਹੈ। ਉਦੋਂ ਬਾਅਦ ਮੈਂ ਤੁਹਾਨੂੰ ਗੱਲ ਦੱਸਾਂ ਕਿ ਇਸ ਤਰ੍ਹਾਂ ਦੇ ਸਿੱਖ ਸੰਸਥਾਵਾਂ ਜੋ ਹਮੇਸ਼ਾ ਵਾਸਤੇ ਸੇਵਾ ਵਿੱਚ ਤਤਪਰ ਹੁੰਦੇ ਨੇ, ਖੜੇ ਹੁੰਦੇ ਨੇ, ਭਾਈ ਕਨ੍ਹੱਈਆ ਜੀ ਵਾਂਗ, ਉਸੇ ਟਾਈਮ ਅਫਗਾਨਿਸਤਾਨ ਦੀਆਂ ਸਿੱਖ ਸੰਗਤਾਂ ਅਤੇ ਹਿੰਦੂ ਭਰਾਵਾਂ ਨਾਲ ਰਾਬਤਾ ਬਣਾ ਕੇ ਖਾਸ ਕਰਕੇ ਯੂਨਾਈਟਿਡ ਸਿੱਖ ਟੀਮ ਨੇ ਜੋ ਵੱਡਾ ਯੋਗਦਾਨ ਪਾਇਆ
ਜਿਨ੍ਹਾਂ ਕੋਲ ਪਾਸਪੋਰਟ ਦੇ ਪੈਸੇ ਵੀ ਨਹੀਂ ਸਨ, ਮਤਲਬ ਉਸ ਟਾਈਮ ਪਾਸਪੋਰਟ ਦੇ ਇੱਕ ਮਤਲਬ ਸਟਾਰਟ ਤੋਂ ਪਾਸਪੋਰਟ ਆਉਣਾ ਜ਼ਰੂਰੀ ਹੈ। ਜੇ ਪਾਸਪੋਰਟ ਨਾ ਹੋਵੇ ਤਾਂ ਕਿਤੇ ਵੀਜ਼ਾ ਲੱਗੇ ਅਤੇ ਵੀਜ਼ੇ ਤੋਂ ਬਾਅਦ ਉਹ ਆਵਣ ਇੱਧਰ। ਸੋ ਯੂਨਾਈਟਿਡ ਸਿੱਖ ਟੀਮ ਨੇ ਉਸ ਟਾਈਮ ਸਾਰੇ ਅਫਗਾਨਿਸਤਾਨ ਦੀਆਂ ਸਿੱਖ ਸੰਗਤਾਂ ਅਤੇ ਹਿੰਦੂ ਸੰਗਤਾਂ ਵਾਸਤੇ ਪਾਸਪੋਰਟ ਦਾ ਇੰਤਜ਼ਾਮ ਕੀਤਾ ਅਤੇ ਤਕਰੀਬਨ 3 ਸਤੰਬਰ ਤੋਂ ਪਹਿਲਾਂ ਵੀ 2 ਫਲਾਈਟ ਆਏ ਅਤੇ ਦਾਸ ਅਤੇ ਹੋਰ ਸੰਗਤਾਂ 3 ਸਤੰਬਰ 2020 ਨੂੰ ਦਿੱਲੀ ਪਹੁੰਚੀਆਂ, ਜਿਨ੍ਹਾਂ ਦੀ ਰਿਹਾਇਸ਼ ਗੁਰਦੁਆਰਾ ਮੋਤੀ ਬਾਗ, ਬੰਗਲਾ ਸਾਹਿਬ ਅਤੇ ਰਕਾਬਗੰਜ ਸਾਹਿਬ ਹੋਈਆਂ। ਹਾਂਜੀ, ਉਦੋਂ ਬਾਅਦ ਸਿੱਖ ਸੰਸਥਾ ਯੂਨਾਈਟਿਡ ਸਿੱਖ ਟੀਮ ਅਤੇ ਕੈਲੀਫੋਰਨੀਆ ਤੋਂ ਭਾਈ ਦਲੀਪ ਸਿੰਘ ਜੀ ਸੇਠੀ ਔਰ ਉਹਨਾਂ ਦੀ ਪੂਰੀ ਟੀਮ ਸੰਗਤਾਂ ਨੇ ਬਹੁਤ ਸਹਿਯੋਗ ਦੇ ਕੇ ਸੰਗਤਾਂ ਵਾਸਤੇ ਘਰਾਂ ਦਾ, ਰਾਸ਼ਨ ਪਾਣੀ ਦਾ, ਮਤਲਬ ਘਰਾਂ ਦੇ ਵਸਤੂਆਂ ਦਾ ਇੰਤਜ਼ਾਮ ਕਰਕੇ ਉਹਨਾਂ ਨੂੰ ਮਤਲਬ ਥੋੜ੍ਹੀ ਜ਼ਿੰਦਗੀ ਮੁਹੱਈਆ ਕਰਵਾਈ। ਤਾਂ ਥੋੜ੍ਹੀ ਜਿਹੀ ਜਾਣਕਾਰੀ ਜਿੱਦਾਂ ਸਾਨੂੰ ਇਹਨਾਂ ਨੇ ਡਿਟੇਲ ਦੇ ਵਿੱਚ ਦਿੱਤੀ। ਅਫਗਾਨਿਸਤਾਨ ਦੇ ਵਿੱਚ ਗੁਰੂ ਹਰਰਾਏ ਸਾਹਿਬ ਜੀ ਦਾ ਜਿਹੜਾ ਇਤਿਹਾਸਕ ਗੁਰਦੁਆਰਾ ਸਾਹਿਬ ਸੀ, ਉੱਥੇ ਸਾਕਾ ਵਾਪਰਿਆ, ਖੂਨੀ ਕਾਂਡ ਹੋਇਆ, ਬਹੁਤ ਸਾਰੇ ਸਿੱਖਾਂ ਦੀ ਜਿਹੜੀ ਸ਼ਹੀਦੀ ਉਹਦੇ 'ਚ ਹੋਈ। ਨਿੱਕੀਆਂ ਜਿਹੜਾ ਕਿ ਉਮਰਾਂ ਦੇ ਸਿੱਖ ਸੀ, ਬੱਚੇ ਸੀ, ਬੱਚੀਆਂ ਸੀ ਔਰ ਬਜ਼ੁਰਗ ਜਿਹੜੇ ਸਿੱਖ, ਉਹਨਾਂ ਦੀ ਸ਼ਹੀਦੀ ਹੋਈ ਬੰਬ ਕਾਂਡ ਦੇ ਵਿੱਚ। ਤੁਸੀਂ ਇੱਧਰ ਆ ਗਏ ਤਾਂ ਮੈਂ ਇਹ ਜ਼ਰੂਰ ਪੁੱਛਣਾ ਚਾਹੁੰਦਾ, ਸਾਨੂੰ ਯਾਦ ਹੈ ਜਦੋਂ ਉਹ ਖੂਨੀ ਕਾਂਡ ਹੋਇਆ ਸੀ, ਅਸੀਂ ਇਸੇ ਜਗ੍ਹਾ 'ਤੇ ਬਹਿ ਕੇ ਗੱਲਬਾਤ ਵੀ ਕੀਤੀ ਸੀ। ਤਾਂ ਹੁਣ ਜਿਹੜੇ ਪਰਿਵਾਰ 94 ਪਰਿਵਾਰ ਦਿੱਲੀ 'ਚ ਰਹਿ ਰਹੇ ਹੈਗੇ ਆ, ਕਿਉਂਕਿ ਨਾਗਰਿਕਤਾ ਤਾਂ ਅਜੇ ਤੁਹਾਨੂੰ ਮੇਰੇ ਖਿਆਲ 'ਚ ਕਿਸੇ ਵੀ ਪਰਿਵਾਰ ਨੂੰ ਨਹੀਂ ਮਿਲੀ ਹੋਣੀ, ਆਰਜੀ ਤੌਰ 'ਤੇ ਤੁਸੀਂ ਇੱਥੇ ਹੈਗੇ ਹੋ, ਤਾਂ ਫਿਰ ਗੁਜ਼ਾਰਾ ਜਿਹੜਾ ਹੈਗਾ ਕਿਸ ਤਰ੍ਹਾਂ ਚੱਲਦਾ? ਕਿ ਸਿੱਖ ਸੰਸਥਾਵਾਂ ਦੀ ਸਹਾਇਤਾ ਦੇ ਨਾਲ ਹੀ ਜਿਹੜਾ ਤੁਹਾਡਾ ਇਸ ਤਰ੍ਹਾਂ ਚੱਲ ਰਿਹਾ? ਹਾਂਜੀ, ਮੈਂ ਤੁਹਾਨੂੰ ਦੱਸਾਂ, ਪਹਿਲੇ ਵੀ ਅਰਜ਼ ਕੀਤੀ ਕਿ ਸਿੱਖ ਸੰਸਥਾਵਾਂ ਨੇ ਜੋ ਜਿਸ ਤਰ੍ਹਾਂ ਪਾਈਕਨਾ ਜੀ ਸੇਵਾ ਵਿੱਚ ਤਤਪਰ ਰਹੇ, ਨਾਕੋ ਬੈਰੀ ਨਹੀਂ ਬੇਗਾਨਾ ਸਗਲ ਸੰਗਮ ਕੋ ਬਨਿਆਈ ਵਾਲਾ ਜਿਹੜਾ ਬੱਚਾ ਨੇ ਇਹ ਸਿੱਖ ਸੰਸਥਾਵਾਂ ਨੇ ਪੂਰਾ ਕੀਤਾ। ਪੂਰਾ ਸਾਲ ਯੂਨਾਈਟਿਡ ਸਿੱਖ ਟੀਮ ਅਤੇ ਹੋਰ ਜਿਹੜੇ ਬਾਹਰ ਦੇ ਮੁਲਕਾਂ ਦੇ ਟੀਮ ਨੇ ਉਹ ਸਾਰੀ ਸਿੱਖਾਂ ਦੀ ਮਦਦ ਕੀਤੀ। ਇੱਕ ਸਾਲ ਦਾ ਮੁਕੰਮਲ ਘਰ ਦਾ ਕਿਰਾਇਆ ਔਰ ਜਿਹੜੇ ਚੀਜ਼ਾਂ ਨੇ, ਮਤਲਬ ਘਰ ਦਾ ਰਾਸ਼ਨ ਪਾਣੀ, ਦਵਾਈ ਦਾ ਖਰਚਾ ਉਹਨਾਂ ਨੇ ਉਠਾ ਦਿੱਤਾ। ਅਤੇ ਅੱਜ ਜੇ ਦੇਖਾ ਅੱਜ ਜੇ ਤੁਹਾਨੂੰ ਦੱਸਦੇ ਹਾਂ ਕਿ ਜਿਹੜੇ 94 ਪਰਿਵਾਰ ਅਫਗਾਨਿਸਤਾਨ ਨੂੰ ਛੋੜ ਕੇ ਦਿੱਲੀ ਵਿੱਚ ਵਸ ਰਹੇ ਨੇ, ਇੱਥੇ ਵੀ ਅਨਫੋਰਚੂਨੇਟਲੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹਨਾਂ ਅਜੇ ਤੱਕ ਵੀ ਸੈੱਟ ਨਹੀਂ ਹੋਏ ਨੇ, ਕਿਉਂਕਿ ਪੂਰਾ ਸਾਲ ਕੋਵਿਡ ਕਰਕੇ ਅਤੇ ਬਿਨਾਂ ਮਾਇਆ ਕਰਕੇ, ਕਿਉਂਕਿ ਕਿਸੇ ਕੋਲ ਕੁਝ ਮਾਇਆ ਹੁੰਦੀ ਹੈ ਤਾਂ ਉਹ ਕੰਮਕਾਰ ਸ਼ੁਰੂ ਕਰਦਾ ਹੈ। ਜੇ ਮਾਇਆ ਨਾ ਹੋਵੇ, ਕਿਉਂਕਿ ਤੁਹਾਨੂੰ ਪਤਾ ਹੈ ਆਪਣਾ ਦੇਸ਼ ਛੱਡ ਕੇ ਆਉਣਾ ਕੁਝ ਆਸਾਨ ਗੱਲ ਨਹੀਂ ਹੁੰਦੀ ਹੈ, ਬਹੁਤ ਔਖੀ ਗੱਲ ਹੁੰਦੀ ਹੈ। ਅਤੇ ਉੱਥੋਂ ਆਪਣਾ ਕਾਰੋਬਾਰ ਛੋੜ ਕੇ ਆਉਣਾ, ਆਪਣਾ ਘਰ ਛੋੜ ਕੇ ਆਉਣਾ, ਆਪਣੀ ਜ਼ਿੰਦਗੀ ਛੋੜ ਕੇ ਆਉਣਾ, ਉਹ ਬਹੁਤ ਵੱਡੀ ਗੱਲ ਹੁੰਦੀ ਹੈ। ਉਹਦੇ ਵਿੱਚ ਇਹੋ ਜਿਹੇ ਪਰਿਵਾਰ ਵੀ ਸਨ ਕਿ ਰੋਜ਼ਾਨਾ 5000 10,000 ਕਮਾਉਂਦੇ ਸਨ, ਲੇਕਿਨ ਆਪਣਾ ਸਭ ਕੁਝ ਛੋੜ ਕੇ ਆਏ। ਉਸ ਹਾਲਾਤਾਂ ਵਿੱਚ 1 ਰੁਪਇਆ ਆਪਣਾ ਕੋਈ ਨਹੀਂ ਲਿਆ ਸਕਿਆ। ਇੱਥੇ ਆ ਕੇ ਖਾਲੀ ਹੱਥ ਵਸ ਰਹੇ ਨੇ, ਅਤੇ ਖਾਲੀ ਹੱਥ ਦੇ ਨਾਲ ਕੋਈ ਕਿਸੇ ਨੂੰ ਵੀ ਕਿਤੇ ਕੰਮ ਨਹੀਂ ਦਿਲਾਉਂਦਾ। ਕੇਵਲ ਹੀ ਨੌਕਰੀ ਮਿਲਦੀ ਹੈ। ਉਹ ਨੌਕਰੀ ਵੀ ਤੁਹਾਨੂੰ ਪਤਾ ਹੈ ਕਿ ਦਿੱਲੀ ਵਿੱਚ 8-9 ਹਜ਼ਾਰ ਤੋਂ ਉੱਚੇ ਕੋਈ ਦਿੰਦਾ ਹੀ ਨਹੀਂ ਹੈ। ਸੋ ਮੈਂ ਧੰਨਵਾਦ ਕਰਦਾ ਉਹਨਾਂ ਸੰਸਥਾਵਾਂ ਦਾ ਜਿਨ੍ਹਾਂ ਨੇ ਸਾਨੂੰ ਆਪਣਾ ਭਰਾ ਸਮਝ ਕੇ, ਆਪਣੀ ਜੀ ਔਲਾਦ ਸਮਝ ਕੇ, ਆਪਣੀ ਛਾਤੀ ਨਾਲ ਲਾ ਕੇ ਸਾਨੂੰ 1 ਸਾਲ ਚਲਾਇਆ। ਉਹ ਸਤਿਗੁਰਾਂ ਨੇ ਕਿਰਪਾ ਕੀਤੀ ਉਹਨਾਂ 'ਤੇ ਅਤੇ ਉਹਨਾਂ ਨੇ ਸਾਨੂੰ ਚਲਾਇਆ। ਅਤੇ ਇਹਨਾਂ ਸਿੱਖਾਂ ਦੇ ਕਾਰਨ, ਯੂਨਾਈਟਿਡ ਸਿੱਖ ਟੀਮ ਦੇ ਕਾਰਨ 1 ਸਾਲ ਸਾਡਾ ਬਹੁਤ ਬਖੂਬੀ ਗੁਜ਼ਰਿਆ। ਅਤੇ ਮੈਂ ਸਾਰੀ ਅਫਗਾਨਿਸਤਾਨ ਦੀਆਂ ਸੰਗਤਾਂ ਵੱਲੋਂ ਇਹਨਾਂ ਟੀਮਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਹਾਂਜੀ, ਬਿਲਕੁਲ। ਤਾਂ ਯੂਨਾਈਟਿਡ ਸਿੱਖ ਸੰਸਥਾ ਦਾ ਸਾਨੂੰ ਯਾਦ ਹੈ ਜਦੋਂ ਉੱਧਰੋਂ ਸਿੱਖ ਆਏ ਦਿੱਲੀ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਥੇ ਇਹਨਾਂ ਦੇ ਲੰਗਰ ਪ੍ਰਸ਼ਾਦੇ ਦਾ, ਰਹਿਣ ਸਹਿਣ ਦਾ ਜਿਹੜਾ ਕਿ ਪ੍ਰਬੰਧ ਕੀਤੇ, ਤਾਂ ਕਾਫੀ ਪਰਿਵਾਰ ਜਿਹੜੇ ਹੈਗੇ ਆ, ਤੁਸੀਂ 94 ਦੱਸਦੇ ਹੋ, ਤਾਂ ਕਿੰਨੇ ਪਰਿਵਾਰਾਂ ਦੀ ਜਿਹੜੀ ਪੂਰੀ ਦੀ ਪੂਰੀ ਜ਼ਿੰਮੇਵਾਰੀ ਯੂਨਾਈਟਿਡ ਸਿੱਖ ਨੇ ਲਈ ਹੋਈ ਹੈ? ਕਿਉਂਕਿ ਪਰਿਵਾਰ ਦੇ ਵਿੱਚ ਅਸੀਂ ਖਰਚੇ ਦੀ ਗੱਲ ਕਰੀਏ ਤਾਂ ਛੋਟੇ ਛੋਟੇ ਖਰਚੇ ਬਹੁਤ ਹੋ ਜਾਂਦੇ ਆ। ਔਰ ਜਦੋਂ ਤੁਸੀਂ ਦੱਸਿਆ ਵੀ ਉੱਥੇ ਕਿਰਪਾ ਸੀ ਪਰਮਾਤਮਾ ਦੀ, ਬੇਸ਼ੱਕ ਆਪਣਾ ਮੁਲਕ ਤਾਂ ਆਪਣਾ ਹੀ ਹੁੰਦਾ, ਕੱਚਾ ਹੋਵੇ ਪੱਕਾ ਹੋਵੇ, ਬੰਦਾ ਘੱਟ ਖਾ ਲੇ ਵੱਧ ਖਾ ਲੇ, ਆਪਦਾ ਘਰ ਛੱਡ ਕੇ ਆਏ, ਚਲੋ ਪਰਮਾਤਮਾ ਮਿਹਰ ਕਰੇ, ਤਾਂ ਬਹੁਤ ਸਾਰੀਆਂ ਲੋੜਾਂ ਹੁੰਦੀਆਂ ਨੇ। ਉਹ ਕਿੰਨੇ ਪਰਿਵਾਰਾਂ ਦੀ ਜਿਹੜੀ ਹੈਗੀ ਆ ਉਹ ਯੂਨਾਈਟਿਡ ਸਿੱਖ ਨੇ ਜ਼ਿੰਮੇਵਾਰੀ ਲਈ ਸੀ? 11 ਪਰਿਵਾਰ, 94 ਪਰਿਵਾਰਾਂ ਤੋਂ 11 ਪਰਿਵਾਰ ਦੀ ਜ਼ਿੰਮੇਵਾਰੀ ਯੂਨਾਈਟਿਡ ਸਿੱਖ ਟੀਮ ਨੇ ਲਿੱਤੀ ਸੀ। ਉਸ ਤੋਂ ਪਹਿਲਾਂ ਮੈਂ ਪਹਿਲੇ ਤੁਹਾਨੂੰ ਦੱਸਿਆ ਕਿ ਪੂਰੇ ਅਫਗਾਨਿਸਤਾਨ ਦੇ ਸਿੱਖ ਹਿੰਦੂ ਭਰਾਵਾਂ ਵਾਸਤੇ ਪਾਸਪੋਰਟ ਦੀ ਸੇਵਾ ਉਹਨਾਂ ਜਿਨ੍ਹਾਂ ਦੇ ਇੱਕ ਪਾਸਪੋਰਟ ਦੀ ਤਕਰੀਬਨ 6,500-7,000 ਰੁਪਏ ਇੰਡੀਅਨ ਰੁਪੀਜ਼ ਦਾ ਖਰਚਾ ਆਉਂਦਾ ਹੈ,
ਤੇ ਤਕਰੀਬਨ 400 ਤੇ 50 ਬੰਦੇ ਦੀ ਤਾਦਾਦ ਤੇ ਸਿੱਖ ਵਸਦੇ ਸਨ ਉਸ ਟਾਈਮ। ਤੇ ਉਸ ਟਾਈਮ ਉਹਨਾਂ ਸਾਰਾ ਖਰਚਾ ਯੂਨਾਈਟਿਡ ਸਿੱਖ ਨੇ ਟੀਮ ਨੇ ਚੁੱਕਿਆ। ਤੇ ਫਿਰ ਇੱਥੇ ਆ ਕੇ 11 ਪਰਿਵਾਰ ਦੀ 11 ਪਰਿਵਾਰਾਂ ਵਾਸਤੇ ਘਰ ਦਾ ਸਮਾਨ ਜਿਹੜਾ ਹੈ, ਘਰ ਦੇ ਵਸਤੂਆਂ, ਉਹਦੇ ਬਾਅਦ ਮੰਥਲੀ 15-15 ਹਜ਼ਾਰ ਰੁਪਏ ਹਰ ਪਰਿਵਾਰ ਨੂੰ ਦਿੱਤੇ ਗਏ ਖਰਚੇ ਦੇ ਤੌਰ ਤੇ। ਤੇ ਜੋ ਸਾਡੇ ਪਰਿਵਾਰ ਮਤਲਬ 2000 ਜਾਂ 1500 ਰੁਪਏ ਦਾ ਜਿਹੜਾ ਰਾਸ਼ਨ ਹੈ ਉਹ ਵੀ ਉਹਨਾਂ ਨੇ ਦਿੱਤਾ। ਤੇ ਉਸ ਤੋਂ ਬਾਅਦ ਜੋ ਵੀ ਸਾਡੇ ਪਰਿਵਾਰਾਂ 'ਚੋਂ ਕੋਈ ਬਿਮਾਰ ਹੁੰਦਾ ਤੇ ਉਹ ਬਿਮਾਰੀ ਦਾ ਇਲਾਜ ਵੀ ਬਾਖੂਬੀ ਹਸਪਤਾਲਾਂ ਵਿੱਚ ਜਾ ਕੇ ਸਾਡੇ ਨਾਲ ਸੇਵਾ ਕਰਦੇ ਸਨ। ਮੈਂ ਇੱਥੋਂ ਤੱਕ ਤੁਹਾਨੂੰ ਦੱਸ ਦੇਵਾਂ ਕਿ ਜੋ ਅਸੀਂ ਪਹਿਲੇ ਉਸ ਟਾਈਮ ਯੂਨਾਈਟਿਡ ਸਿੱਖ ਟੀਮ ਨੇ ਸਾਡੇ 11 ਪਰਿਵਾਰਾਂ ਨੂੰ ਸਪਾਂਸਰਸ਼ਿਪ ਕੀਤਾ ਵੀ ਨਹੀਂ ਸੀ, ਫਿਰ ਵੀ ਤਕਰੀਬਨ 3 ਸਤੰਬਰ ਆਏ ਤੇ 3 ਦਿਨ ਬਾਅਦ ਇੱਕ ਬੱਚਾ ਸਾਡੇ ਪਰਿਵਾਰਾਂ 'ਚੋਂ ਬਿਮਾਰ ਹੋ ਗਿਆ, ਜਿਹਦਾ ਇਲਾਜ ਤਕਰੀਬਨ 7 ਤੇ 8 ਲੱਖ ਦੇ ਕਰੀਬ ਹੋਇਆ ਸੀ। ਉਹ ਖਰਚਾ ਵੀ ਯੂਨਾਈਟਿਡ ਸਿੱਖ ਟੀਮ ਨੇ ਕੀਤਾ ਤੇ ਉਹਨਾਂ ਦਾ ਇਲਾਜ ਕਰਵਾਇਆ। ਉਹ ਯਕੀਨ ਕਰੋ, ਜੇ ਉਸ ਬੱਚੇ ਦੀ ਜਾਨ ਬਚ ਗਈ, ਕੇਵਲ ਹੀ ਕੇਵਲ ਉਸ ਬੱਚੇ ਦੀ ਨਹੀਂ ਬਲਕਿ ਸਾਡੀ ਸਾਰੀ ਸੰਗਤ ਦੀ ਜਾਨ ਬਚ ਗਈ। ਕਿਉਂਕਿ ਅਫਗਾਨਿਸਤਾਨ ਵਿੱਚ ਜਦੋਂ ਅਸੀਂ ਰਹਿੰਦੇ ਸਾਂ, ਯਕੀਨ ਕਰੋ ਇਸ ਤਰ੍ਹਾਂ ਫੀਲ ਨਹੀਂ ਹੁੰਦਾ ਸੀ ਕਿ ਅਸੀਂ ਇੱਕ ਦੂਸਰੇ ਤੋਂ ਅਲੱਗ ਹਾਂ। ਕਿਸੇ ਦੇ ਸਿਰ ਤੇ ਵੀ ਪੀੜਾ ਹੁੰਦੀ ਸੀ ਤੇ ਉਹ ਸਾਰੇ ਪਰਿਵਾਰ ਦੇ ਨਾਲ ਇਕਜੁੱਟ ਆ ਕੇ ਉਹਦਾ ਹਾਲ ਚਾਲ ਪੁੱਛਦੇ ਸਨ, ਮਤਲਬ ਇੱਕ ਪਰਿਵਾਰ ਜਿਸ ਤਰ੍ਹਾਂ। ਤੇ ਉਸ ਟਾਈਮ ਜਦੋਂ ਉਹ ਬੱਚਾ ਵੀ ਬਿਮਾਰ ਹੋਇਆ ਤੇ ਸਾਡੇ ਸਾਰੇ ਸਿੱਖਾਂ ਦੀ ਅਫਗਾਨਿਸਤਾਨ ਦੀ ਪਰੇਸ਼ਾਨੀ ਹੋ ਗਈ। ਪਰ ਉਸ ਮੁਸ਼ਕਿਲ ਸਮੇਂ ਤੇ ਕੋਈ ਭਰਾ ਸਾਥ ਨਹੀਂ ਦਿੰਦਾ, ਪਰ ਯੂਨਾਈਟਿਡ ਸਿੱਖ ਟੀਮ ਨੇ ਸਾਡੇ ਨਾਲ ਉੱਥੇ ਵੀ ਰਹਿ ਕੇ 7-8 ਲੱਖ ਰੁਪਏ ਦਾ ਖਰਚਾ ਮੂੰਹ ਦੇ ਨਾਲ ਅਸੀਂ ਬਿਆਨ ਨਹੀਂ ਕਰ ਸਕਦੇ ਹਾਂ, ਉਹਨਾਂ ਖਰਚਾ ਵੀ ਯੂਨਾਈਟਿਡ ਸਿੱਖ ਟੀਮ ਨੇ ਦਿੱਤਾ। ਤਾਂ ਬਿਲਕੁਲ ਜਿਹੜੀਆਂ ਸੰਸਥਾਵਾਂ ਇਸ ਤਰ੍ਹਾਂ ਔਖੇ ਸਮੇਂ ਪੰਥ ਦੇ ਜਿਹੜੇ ਕਿ ਪਰਿਵਾਰ ਨੇ, ਇਹ ਪੰਥ ਦਾ ਪਰਿਵਾਰ ਹੈ, ਗੁਰੂ ਕਾ ਖਾਲਸਾ ਜਿਹੜਾ ਦੁਨੀਆ ਦੇ ਕੋਨੇ-ਕੋਨੇ 'ਚ ਵੱਸਦਾ। ਕਿਤੇ ਔਖਿਆਈ ਆਈ, ਕਿਤੇ ਸਖਿਆਈ ਆਈ ਤਾਂ ਯੂਨਾਈਟਿਡ ਸਿੱਖ ਨੇ ਇਹਨਾਂ ਸਿੱਖ ਪਰਿਵਾਰਾਂ ਦੀ ਜਿਹੜੀ ਆ ਉਹ ਬਾਂਹ ਫੜੀ ਔਰ ਬਖੂਬੀ ਫੜੀ ਹੈ। ਉਹ ਬਿਲਕੁਲ ਇਹ ਜਿਹੜਾ ਕਿ ਸ਼ਾਬਾਸ਼ ਦੇ ਪਾਤਰ ਨੇ। ਤਾਂ ਕਿੰਨੇ ਚਿਰ ਵਾਸਤੇ ਜਿਹੜੀਆਂ ਇਹ ਪਰਿਵਾਰਾਂ ਦੀ ਜ਼ਿੰਮੇਵਾਰੀ ਸੀਗੀ, ਤਾਂ ਉਹ ਲਗਾਤਾਰ ਕਰ ਰਹੇ ਨੇ ਜਾਂ ਉਹਦੇ ਬਾਰੇ ਸਾਨੂੰ ਜ਼ਰੂਰ ਅਪਡੇਟ। 1 ਸਾਲ ਵਾਸਤੇ ਪਰਿਵਾਰਾਂ ਦੀ ਜ਼ਿੰਮੇਵਾਰੀ ਚੁੱਕੀ ਸੀ। ਪਰ ਮੈਂ ਅਰਜ਼ ਕੀਤੀ ਕਿ ਇਹ ਜਿਹੜਾ ਪੂਰਾ ਸਾਲ ਹੈ, ਲੋਕਡਾਊਨ, ਕੋਵਿਡ, ਮਤਲਬ ਜਾਂ ਸਾਡੀ ਜਿਹੜੀ ਭਾਸ਼ਾ ਹੈ ਨਾ, ਉਹ ਵੀ ਇੰਡੀਅਨ ਦੇ ਸਮਝ ਵਿੱਚ ਨਹੀਂ ਆਉਂਦੀ, ਇਸ ਕਰਕੇ ਅਸੀਂ ਕੁਝ ਕੰਮ ਕਾਰ ਨਹੀਂ ਕਰ ਸਕੇ। ਸਾਡੇ ਪਰਿਵਾਰਾਂ ਵਿੱਚੋਂ ਤਕਰੀਬਨ 5-6 ਬੰਦੇ ਅਫਗਾਨਿਸਤਾਨ ਵੀ ਚਲੇ ਗਏ ਸਨ ਕਿ ਇੱਥੇ ਸਾਡਾ ਗੁਜ਼ਾਰਾ ਨਹੀਂ ਹੁੰਦਾ ਹੈ। ਇੱਕ ਪਰਿਵਾਰ ਦਾ ਇੱਕ ਜੀ ਚਲਾ ਜਾਵੇ, ਕੁਝ ਕਮਾਈ ਕਰਕੇ ਆਪਣੇ ਪਰਿਵਾਰ ਨੂੰ ਮਤਲਬ ਪੈਰਾਂ 'ਤੇ ਖੜਾ ਕਰ ਸਕੇ। ਪਰ ਉੱਥੇ ਜਾ ਕੇ ਵੀ ਤੁਸੀਂ ਹਾਲਾਤ ਟੀਵੀ 'ਤੇ ਵੇਖ ਰਹੇ ਸੀ ਕਿ ਬਹੁਤ ਹਾਲਾਤ ਮਾੜੇ ਹੋ ਗਏ। ਤੇ ਉਹ 5-6 ਬੰਦੇ ਜਿਹੜੇ ਗਏ ਸਨ ਇਹਨਾਂ 11 ਪਰਿਵਾਰਾਂ 'ਚੋਂ, ਉਹ ਵੀ ਵਾਪਸ ਆ ਗਏ। ਇਹ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ। ਨਹੀਂ ਤੇ ਸਾਡੇ ਘਰਾਂ ਵਿੱਚ, ਪਰਿਵਾਰਾਂ ਵਿੱਚ 2-2 3-3 ਬੰਦੇ ਸ਼ੂਗਰ ਦੇ ਬਿਮਾਰ ਤੇ ਜ਼ਰੂਰ ਨੇ। ਉਹ ਉਸ ਟਾਈਮ ਵੀ ਹਰ ਰੋਜ਼ ਫੋਨ ਕਰਦੇ ਸਨ ਕਿ ਹਾਲਾਤ ਮਾੜੀਏ, ਤੁਸੀਂ ਆ ਜਾਓ। ਜੇ ਇਹ ਰਾਤ ਨੂੰ ਕਹਿੰਦੇ ਸਨ ਤੇ ਸਵੇਰੇ ਪਤਾ ਚੱਲਦਾ ਸੀ ਕਿ ਸ਼ੂਗਰ 500 ਤੇ ਪਹੁੰਚ ਗਈ ਹੈ। ਉਹਨੂੰ ਇਤਨੀ ਟੈਨਸ਼ਨ ਹੁੰਦੀ ਸੀ। ਪਰ ਇਹ ਵੀ ਸਤਿਗੁਰਾਂ ਦਾ ਸ਼ੁਕਰਾਨਾ ਹੈ, ਜੋ ਪਰਿਵਾਰ ਵਾਪਸ ਗਏ ਸਨ ਤੇ ਵਾਪਸ ਆ ਗਏ। ਹੁਣ ਸਾਡੀ ਅਪੀਲ ਹੈ ਯੂਨਾਈਟਿਡ ਸਿੱਖ ਟੀਮ ਵਾਸਤੇ, ਬੇਨਤੀ ਹੈ, ਜੋ ਜਿਸ ਤਰ੍ਹਾਂ ਤੁਸੀਂ 1 ਸਾਲ 11 ਪਰਿਵਾਰਾਂ ਦੀ ਬਹੁਤ ਬਾਖੂਬੀ ਤੇ ਬਿਨਾਂ ਕਿਸੇ ਚਿਕ ਦੇ ਉਹਨਾਂ ਨੇ ਬਹੁਤ ਬਾਖੂਬੀ ਸੇਵਾ ਕੀਤੀ ਹੈ। 11 ਪਰਿਵਾਰ ਦੀ ਨੁਮਾਇੰਦਗੀ ਵਜੋਂ ਦਾਸ ਉਹਨਾਂ ਵਾਸਤੇ ਬੇਨਤੀ ਕਰਦੇ ਨੇ ਕਿ 1 ਸਾਲ ਵਾਸਤੇ ਹੋਰ ਵੀ ਸਾਡੇ ਨਾਲ ਮਦਦ ਕੀਤੀ ਜਾਵੇ। ਕਿਉਂ ਸਿੱਖ ਨੂੰ ਮੰਗ ਕੇ ਖਾਣਾ ਬਹੁਤ ਗਲਤ ਗੱਲ ਹੈ, ਪਰ ਆਪਣੇ ਭਰਾ ਕੋਲ ਵੀ ਮੰਗਣਾ ਕੋਈ ਗਲਤ ਨਹੀਂ ਹੁੰਦਾ ਹੈ। ਕਿਉਂ ਅਸੀਂ ਆਪਣੇ ਭਰਾਵਾਂ ਕੋਲ ਮੰਗਨੇ ਹਾਂ। ਸਤਿਗੁਰ ਕਿਰਪਾ ਕਰੇ ਸਾਡੇ ਤੇ ਵੀ ਉਹ ਦਿਨ ਆ ਜਾਵੇ ਵਾਪਸ ਕਿ ਅਸੀਂ ਇਸ ਟੀਮ ਦੇ ਨਾਲ ਖੜੇ ਹੋ ਕੇ ਕਿਸੇ ਹੋਰ ਲੋੜਵੰਦ ਦੀ ਮਦਦ ਕਰ ਸਕਿਆ। ਸੋ 11 ਪਰਿਵਾਰਾਂ ਵੱਲੋਂ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਸਾਲ ਗੁਜ਼ਰਿਆ ਜਿਸ ਤਰ੍ਹਾਂ, ਉਸੇ ਤਰ੍ਹਾਂ ਸਾਡੇ 11 ਪਰਿਵਾਰਾਂ ਦੀ ਬਾਹ ਫਿਰ ਪਕੜ ਕੇ ਸਾਡਾ ਰੋਜ਼ਗਾਰ ਤੇ ਸਾਡਾ ਘਰ ਦਾ ਗੁਜ਼ਾਰਾ ਕਰਾ ਸਕਣ। ਨਹੀਂ, ਨਹੀਂ, ਬਿਲਕੁਲ, ਬਿਲਕੁਲ ਇਹ ਗੱਲ ਤੁਹਾਡੀ ਠੀਕ ਹੈ। ਕਿਉਂਕਿ ਜਿਹੜਾ ਪਿਛਲਾ 1 ਸਾਲ ਲੰਘਿਆ, ਉਹ ਤਾਂ ਬਿਲਕੁਲ ਜਿਨ੍ਹਾਂ ਦੇ ਚੰਗੇ ਕਾਰੋਬਾਰ ਸੀ ਉਹਨਾਂ ਦੇ ਵਾਸਤੇ ਵੀ ਔਖਾ ਸਮਾਂ ਸੀ। ਔਰ ਤੁਸੀਂ ਤਾਂ ਬਿਲਕੁਲ ਇੱਥੇ ਅਜੇ ਨਵੇਂ ਸੀ, ਭਾਸ਼ਾ ਵੀ ਨਹੀਂ ਸੀ ਆਉਂਦੀ, ਔਰ ਨਵੇਂ ਬੰਦੇ ਨੂੰ ਕਾਰੋਬਾਰ 'ਤੇ, ਕੋਈ ਛੋਟੇ ਕਾਰੋਬਾਰ 'ਤੇ ਵੀ ਲੇਬਰ ਦੇ ਤੌਰ 'ਤੇ ਜਾਂ ਹੈਲਪਰ ਦੇ ਤੌਰ 'ਤੇ ਵੀ ਨਹੀਂ ਕੋਈ ਮੌਕਾ ਦਿੰਦਾ ਹੈਗਾ। ਤਾਂ ਯੂਨਾਈਟਿਡ ਸਿੱਖ ਨੇ 1 ਸਾਲ ਦੀ ਜਿਹੜੀ ਹੈ ਇਹਨਾਂ ਦੇ ਪਰਿਵਾਰਾਂ ਦੀ ਸੇਵਾ ਜਿਹੜੀ ਲਈ ਸੀ, ਤਾਂ ਅੱਗੇ ਉਹ ਸਾਲ ਮੁੱਕ ਚੁੱਕਿਆ। ਤਾਂ ਇਹਨਾਂ ਵੱਲੋਂ ਅਪੀਲ ਹੈਗੀ ਹੈ ਯੂਨਾਈਟਿਡ ਸਿੱਖਸ ਨੂੰ, ਔਰ ਕਿਉਂਕਿ ਸੰਸਥਾਵਾਂ ਜਿਹੜੀਆਂ ਉਹ ਸੰਗਤ ਦੇ ਸਹਿਯੋਗ ਨਾਲ ਹੀ ਚੱਲਦੀਆਂ ਹੁੰਦੀਆਂ, ਔਰ ਸੰਸਥਾ ਜਿਹੜੀ ਹੈਗੀ ਉਹ ਸੰਗਤ ਦਾ ਸਹਿਯੋਗ ਲੈ ਕੇ ਮੁੜ ਤੋਂ ਇਹਨਾਂ ਦੇ ਪਰਿਵਾਰਾਂ ਦੀ ਜਿਹੜੀ ਹੈਗੀ ਹੈ, 11 ਪਰਿਵਾਰਾਂ ਦੀ ਜ਼ਿੰਮੇਵਾਰੀ ਜਿਹੜੀ ਉਹਨਾਂ ਨੇ ਚੁੱਕੀ ਹੋਈ ਹੈ, ਉਹ ਜ਼ਰੂਰ ਅੱਗੇ ਜਿਹੜੀ ਹੈ ਉਹ ਲਗਾਤਾਰ ਜਿਹੜੀ ਅੱਗੇ ਨਿਭਾਏਗੀ। ਤਾਂ ਜਿਹੜੇ ਬਾਕੀ ਪਰਿਵਾਰ ਹੈਗੇ ਉਹਨਾਂ ਦੀ ਜ਼ਿੰਮੇਵਾਰੀ ਕੀ, ਕੋਈ ਉਹਨਾਂ ਦੀ ਜਿਹੜੀ ਤੁਸੀਂ ਜਿਸ ਤਰ੍ਹਾਂ ਸੇਠੀ ਪਰਿਵਾਰ ਅਮਰੀਕਾ ਦੀ ਗੱਲ ਕਰਦੇ, ਕੈਲੀਫੋਰਨੀਆ, ਉਹ ਉਹਨਾਂ ਦੀ ਜ਼ਿੰਮੇਵਾਰੀ ਲੈ ਲਈ ਹੈਗੀ? ਹਾਂਜੀ, ਹਾਂਜੀ।
ਉਹਨਾਂ ਜਿਹੜੇ ਤਕਰੀਬਨ 25 ਪਰਿਵਾਰ 25 ਫੈਮਿਲੀ ਜਿਹੜੇ ਸ਼ਹੀਦ ਪਰਿਵਾਰ ਸਨ, ਉਹਨਾਂ ਦੇ 3 ਸਾਲ ਦਾ ਖਰਚਾ ਕੈਲੀਫੋਰਨੀਆ ਤੋਂ ਚੱਕਿਆ ਗਿਆ ਹੈ। ਤੇ ਜਿਹੜੇ 53 ਮਤਲਬ 53 ਪਰਿਵਾਰ ਰਹਿ ਗਏ ਨੇ ਸਾਡੇ ਤੋਂ ਬਗੈਰ, 11 ਪਰਿਵਾਰ ਤੋਂ ਬਗੈਰ, ਉਹਨਾਂ ਦੀ ਵੀ ਕਿਸੇ ਸੰਸਥਾ ਵੱਲੋਂ ਹੈਲਪ ਕੀਤੀ ਗਈ ਹੈ। ਹੁਣ ਜਿਹੜੇ 11 ਪਰਿਵਾਰ ਰਹਿ ਗਏ ਨੇ ਉਹ ਸਤਿਗੁਰਾਂ ਦੇ ਭਰੋਸੇ ਤੇ ਯੂਨਾਈਟਿਡ ਸਿੱਖ ਟੀਮ ਦੇ ਭਰੋਸੇ ਰਹਿ ਗਈ ਹੈ। ਤੇ ਇਹਨਾਂ ਤੋਂ ਵੀ ਅਪੀਲ ਕੀਤੀ ਜਾਂਦੀ ਹੈ ਕਿ ਸਾਡੀ ਮਦਦ ਕਰ ਸਕਣ। ਬਿਲਕੁਲ ਇਹ ਦੇਖੋ, ਸੱਚੇ ਪਾਤਸ਼ਾਹ ਨੇ ਤੇ ਸਾਨੂੰ ਜਦੋਂ ਇੱਕ ਬਾਟੇ 'ਚ ਅਸੀਂ ਅੰਮ੍ਰਿਤ ਛਕ ਲੈਂਦੇ ਹਾਂ, ਫਿਰ ਤੁਸੀਂ ਵੀ ਉਹੀ ਅੰਮ੍ਰਿਤ ਛਕਿਆ, ਇਹਨਾਂ ਨੇ ਵੀ ਛਕਿਆ, ਅਸੀਂ ਵੀ ਛਕਿਆ, ਤਾਂ ਇਹ ਫਰਜ਼ ਵੀ ਬਣਦਾ। ਉਹੀ ਫਰਜ਼ ਇਹਨਾਂ ਨੇ ਸਮਝ ਕੇ ਹੀ ਉਦੋਂ ਪਾਸਪੋਰਟ ਬਣਵਾ ਕੇ ਤੁਹਾਨੂੰ ਸਾਰਿਆਂ ਨੂੰ ਇੱਥੇ ਲੈ ਕੇ ਆਂਦਾ। ਤਾਂ ਹਾਲਾਤ ਠੀਕ ਨਹੀਂ ਹੈਗੇ ਉੱਥੇ, ਹੁਣ ਵੀ ਬਹੁਤ ਸਾਰੇ ਸਿੱਖ ਹੈਗੇ। ਕਿੰਨੇ ਕੁ ਸਿੱਖ ਜਿਹੜੇ ਅਜੇ ਤਕਰੀਬਨ ਇਸ ਵਕਤ ਅਫਗਾਨਿਸਤਾਨ 'ਚ ਰਹਿ ਰਹੇ ਆ ਤੁਹਾਡੇ ਨਾਲ ਦੇ? ਤਕਰੀਬਨ 150 ਦੇ ਕਰੀਬ, 170 ਦੇ ਕਰੀਬ ਹੋਰ ਵੀ ਸਿੱਖ ਤੇ ਹਿੰਦੂ ਭਰਾ ਰਹਿ ਰਹੇ ਨੇ। ਉਹ ਜੋ ਹਾਲਾਤ ਖਰਾਬ ਹੋ ਗਏ, ਉਹਨਾਂ ਦੇ ਵਾਸਤੇ ਫਲਾਈਟ ਦਾ ਇੰਤਜ਼ਾਮ ਇੱਥੇ ਵੀ ਮੈਂ ਜ਼ਿਕਰ ਕਰਾਂ ਕਿ ਯੂਨਾਈਟਿਡ ਸਿੱਖ ਟੀਮ ਨੇ ਉੱਥੇ ਵੀ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਕੁਛ ਨਾ ਕੁਛ ਫਲਾਈਟ ਦਾ ਇੰਤਜ਼ਾਮ ਕਰਕੇ ਉਹਨਾਂ ਸਿੱਖਾਂ ਨੂੰ ਕਿੱਥੇ ਨਾ ਕਿੱਥੇ ਪਨਾਹ ਦਿੱਤੀ ਜਾਵੇ। ਪਰ ਹਾਲਾਤ ਬਹੁਤ ਖਰਾਬ ਹੋ ਗਏ। ਜਿਹੜੇ ਉੱਥੋਂ ਦੇ ਰਹਿਣੇ ਮੈਂ ਬਿਆਨ ਨਹੀਂ ਕਰ ਸਕਣਾ ਕਿਉਂਕਿ ਸਾਡੇ ਅਜੇ ਵੀ ਸਿੱਖ ਰਹਿ ਗਏ ਨੇ। ਵਾਹਿਗੁਰੂ ਨਾ ਕਰੇ ਕਿਸੇ ਵਾਸਤੇ ਕੋਈ ਦੁੱਖ ਪਹੁੰਚੇ। ਹਾਲਾਤ ਖਰਾਬ ਹੋਣ ਕਰਕੇ ਉਹਨਾਂ ਰਹਿ ਗਏ ਤੇ ਹੁਣ ਵੀ ਕੋਸ਼ਿਸ਼ਾਂ ਜਾਰੀ ਨੇ। ਵੀਰ ਜੀ ਨਾਲ ਯੂਨਾਈਟਿਡ ਸਿੱਖ ਦੇ ਟੀਮ ਨਾਲ ਜੋ ਗੱਲਬਾਤ ਹੁੰਦੀ ਹੈ ਤੇ ਉਹਨਾਂ ਦੱਸਦੇ ਨੇ ਕਿ ਅਸੀਂ ਬਹੁਤ ਹੀ ਅੱਛੇ ਤਰੀਕੇ ਨਾਲ ਇੱਧਰ ਉੱਧਰ ਸੋਚਦੇ ਹਾਂ ਕਿ ਕੁਝ ਤਰੀਕਾ ਹੋਵੇ ਤੇ ਅਸੀਂ ਉਸ ਸਿੱਖਾਂ ਨੂੰ ਉੱਥੋਂ ਨਿਕਾਲ ਲਈਏ। ਜੀ ਬਿਲਕੁਲ, ਜਿਸ ਤਰ੍ਹਾਂ ਬਹੁਤ ਸਾਰੇ ਕੁਝ ਸਿੱਖ ਜਿਹੜੇ ਆ ਅਮਰੀਕਾ ਜਾਂ ਕੈਨੇਡਾ ਚਲੇ ਗਏ ਜਾਂ ਕੁਝ ਜਾਣਾ ਚਾਹੁੰਦੇ ਨੇ, ਕੁਝ ਇੱਧਰ ਆ ਗਏ, ਤਾਂ ਤੁਹਾਡੇ ਪਰਿਵਾਰ ਜਿਹੜੇ ਇੱਥੇ 1 ਸਾਲ 1.5 ਸਾਲ ਪਹਿਲਾਂ, ਜਿਹੜੇ ਹੁਣ ਉੱਥੇ ਸਰਕਾਰਾਂ ਬਦਲੀਆਂ ਹੈਗੀਆਂ ਕੁਝ, ਉਤੋਂ ਪਹਿਲਾਂ ਦੇ ਹਾਲਾਤ ਔਰ ਅੱਜ ਦੇ ਹਾਲਾਤ ਕਾਫੀ ਬਦਲ ਗਏ ਹੈ। ਪਹਿਲਾਂ ਵੀ ਔਖਿਆਈ ਸੀ, ਅੱਜ ਵੀ ਔਖਿਆਈ ਹੈ, ਵੱਧ ਗਈ ਔਖਿਆਈ ਵੱਖਰੀ ਗੱਲ ਹੈ। ਤਾਂ ਕਿੰਨੀ ਕੁ ਚਿੰਤਾ ਜਿਹੜੇ ਤੁਹਾਡੇ ਪਰਿਵਾਰਾਂ ਨੂੰ ਉਹਨਾਂ ਸਿੱਖਾਂ ਦੀ ਹੈ ਜਿਹੜੇ ਤੁਸੀਂ ਜਿੱਦਾਂ 150 ਕਹਿ ਰਹੇ ਹੋ ਹਿੰਦੂ ਔਰ ਸਿੱਖ ਪਰਿਵਾਰ ਉੱਥੇ ਹੈਗੇ ਆ? ਤੁਸੀਂ ਜੇ 20 ਸਾਲ ਪਹਿਲੇ ਅੱਗੇ ਹਿਸਟਰੀ ਅਫਗਾਨਿਸਤਾਨ ਦੀ ਹਿਸਟਰੀ ਵੱਲ ਜਾਓ ਤੇ ਉਹਨਾਂ ਦਾ ਇਤਿਹਾਸ ਜਿਹੜੇ ਹੁਣ ਉਹ ਗੌਰਮੈਂਟ ਚਲਾ ਰਹੇ ਨੇ ਉਹਨਾਂ ਦਾ ਇਤਿਹਾਸ ਪੜ੍ਹੋ। ਫਿਰ ਤੇ ਮੈਂ ਦਾਸ ਨੂੰ ਕੀ ਸਾਡੇ ਅਫਗਾਨਿਸਤਾਨ ਦੀ ਸੰਗਤ ਨੂੰ ਕੀ, ਜੋ ਵੀ ਉਹਨਾਂ ਦਾ ਇਤਿਹਾਸ ਪੜ੍ਹੇਗਾ, ਹਿਸਟਰੀ ਪੜ੍ਹੇਗਾ, ਉਹ ਗੌਰਮੈਂਟ ਦੀ ਜਿਹੜੀ ਹੁਣ ਵਸ ਰਹੀ ਹੈ ਤੇ ਉਹਨੂੰ ਵੀ ਡਰ ਲੱਗੇਗਾ ਕਿਉਂਕਿ ਉਹਨਾਂ ਕੋਲ ਉਹ ਸੋਚ ਨਹੀਂ ਜਿਹੜੀ, ਬਸ ਮੈਂ ਔਰ ਅੱਗੇ ਨਾ ਜਾਵਾਂ ਕਿਉਂਕਿ ਸਾਨੂੰ ਪਤਾ ਹੈ ਉਹ ਸਿਰਫ। ਤਾਂ ਇੱਥੇ ਜਿੱਦਾਂ ਹੁਣ ਜਿਹੜੇ ਪਰਿਵਾਰ ਹੈਗੇ ਨੇ ਤੁਹਾਡੇ, ਕੁਝ ਜਿਹੜੇ ਬੱਚੇ ਆ ਪੜ੍ਹਨ ਵਾਲੇ ਜਾਂ ਕੁਛ ਕਾਲਜ ਜਾਣ ਵਾਲੇ ਬੱਚੇ ਹੈਗੇ, ਕਿ ਉਹਨਾਂ ਦੀ ਐਡਮਿਸ਼ਨਾਂ ਵਗੈਰਾ ਇੱਥੇ ਤੁਸੀਂ ਕਰਵਾ ਰਹੇ ਹੋ, ਉਹਨਾਂ ਨੂੰ ਜਿਹੜੀ ਦੁਨਿਆਵੀ ਵਿੱਦਿਆ ਦੇ ਰਹੇ ਹੋ? ਕਾਲਜ ਵਾਸਤੇ ਤਾਂ ਬਦਬਖਤਾਨਾ ਕਿ ਸਾਡੇ ਕੋਲ ਉਂਝ ਬੱਚੇ ਨਹੀਂ ਜੋ ਕਾਲਜ ਪੜ੍ਹ ਸਕਣ ਕਿਉਂਕਿ ਉੱਥੇ ਨਹੀਂ ਛੋਟੇ ਨਹੀਂ ਵੱਡੇ ਵੀ ਉੱਥੇ ਅਫਗਾਨਿਸਤਾਨ ਵਿੱਚ ਆਪਣੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਆਪਣੀ ਪੜ੍ਹਾਈ ਵੀ ਸਭ ਛੋੜ ਦਿੱਤੀ। 10 9ਵੀਂ ਤੱਕ ਪੜ੍ਹਿਆ ਹੋਇਆ ਹੈ। ਪਰ ਜਦੋਂ ਮੁਸ਼ਕਿਲ ਆ ਗਈ, ਪਿਓ ਮਤਲਬ ਮੇਰੇ ਪਿਤਾ ਜੀ ਬਜ਼ੁਰਗ ਹੋ ਗਏ, ਮਾਤਾ ਜੀ ਬਿਮਾਰ ਹੋ ਗਏ, ਘਰ ਪਰਿਵਾਰ ਦੀ ਜ਼ਿੰਮੇਵਾਰੀ ਹੋ ਗਈ, ਮੇਰੇ ਵਾਂਗ ਹੋਰ ਜਵਾਨਾਂ ਨੇ ਵੀ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਵਾਸਤੇ ਇਹ ਕੁਰਬਾਨੀ ਦੇ ਦਿੱਤੀ, ਪੜ੍ਹਾਈ ਨਹੀਂ ਕਰ ਸਕੀ। ਲੇਕਿਨ ਹੁਣ ਜਿਹੜੀ ਪੀੜ੍ਹੀ ਹੈ, ਸਾਡੇ ਬੱਚੇ ਨੇ, ਉਹਨਾਂ ਵਾਸਤੇ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ। ਯਕੀਨ ਕਰੋ 10 ਹੁਣ ਕੰਮ ਤੋਂ ਆਇਆ, ਕੱਪੜੇ ਮੇਰੇ ਸ਼ਾਇਦ ਦੇਖਦੇ ਹੋ ਤੁਸੀਂ, ਮੇਰੇ ਵਾਂਗ ਇਸ ਸਾਰੇ ਜਵਾਨ ਜਿਨ੍ਹਾਂ ਦੇ ਬੱਚੇ ਨੇ ਉਹਨਾਂ ਦਿਨ ਰਾਤ ਮਿਹਨਤ ਕਰਦੇ ਨੇ ਕਿ ਕੁਛ ਨਾ ਕੁਛ ਅਸੀਂ ਆਪਣੇ ਬੱਚਿਆਂ ਵਾਸਤੇ ਸੋਚੀਦਾ ਹੈ ਕਿਉਂਕਿ ਸਾਡੀ ਜਿਹੜੀ ਜ਼ਿੰਦਗੀ ਲੰਘ ਗਈ, ਜਿਹੜੀ ਅਨਪੜ੍ਹ ਦੀ ਜ਼ਿੰਦਗੀ ਹੁੰਦੀ ਹੈ ਉਹ ਕੋਰਾਂ ਵਾਂਗ ਹੁੰਦੀ ਹੈ, ਜੇ ਬਿਨਾਂ ਅੱਖਾਂ ਵਾਂਗ ਹੁੰਦੀ ਹੈ। ਤੇ ਅਸੀਂ ਉਹ ਜਿਹੜੀ ਹਾਲਾਤ ਸਾਡੇ ਤੇ ਗੁਜ਼ਰਦੀ ਹੈ, ਅਸੀਂ ਉਹ ਹਾਲਾਤ ਆਪਣੇ ਬੱਚਿਆਂ ਵਾਸਤੇ ਨਹੀਂ ਦੇਖ ਸਕਦੇ ਹਾਂ। ਸੋ ਇਸ ਵਾਸਤੇ ਹੁਣ ਲਗਾਤਾਰ ਸਾਰੀ ਟੀਮਾਂ ਵੱਲੋਂ ਵੀ ਕੋਸ਼ਿਸ਼ ਹੋ ਰਹੀ ਹੈ ਕਿ ਸਾਡੇ ਬੱਚੇ ਪੜ੍ਹੇ ਜਾਣ। ਤੇ ਅਸੀਂ ਇਹ ਵੀ ਅਪੀਲ ਕਰਦੇ ਹਾਂ ਕਿ ਜਿਹੜੇ ਇੱਥੋਂ ਦੇ ਸਕੂਲਾਂ ਦੀ ਫੀਸ ਵੀ ਬਹੁਤ ਮਹਿੰਗੀ ਹੈ, ਬਹੁਤ ਮਹਿੰਗੀ ਹੈ, ਜਿਹੜੀ ਅਸੀਂ ਉਹਦੀ ਟਿਊਸ਼ਨ ਦੀ ਫੀਸ ਤੇ ਵੀ ਨਹੀਂ ਦੇ ਸਕਦੇ ਹਾਂ। ਪਰ ਇੱਥੇ ਵੀ ਅਪੀਲ ਕੀਤੀ ਜਾਂਦੀ ਕਿ ਸਾਡੇ ਨਾਲ ਵੀ ਇਸ ਵਿੱਚ ਪੂਰਾ ਤੌਰ 'ਤੇ ਸੰਪੂਰਨ ਤੌਰ 'ਤੇ ਧਿਆਨ ਦਿੱਤਾ ਜਾਵੇ। ਸਾਨੂੰ ਸਕੂਲਾਂ ਦੇ ਵੀ ਕੁਝ ਪਤਾ ਨਹੀਂ ਕਿ ਕਿਹੜੇ ਸਕੂਲ 'ਤੇ ਕਿਹੜੇ ਬੱਚੇ ਨੂੰ ਕਿੱਥੇ ਪਹੁੰਚਾਇਆ ਜਾਵੇ, ਇੱਥੇ ਵੀ ਸਾਡੀ ਮਦਦ ਕੀਤੀ ਜਾਵੇ। ਹਾਂਜੀ ਬਿਲਕੁਲ ਬਿਲਕੁਲ, ਇਹ ਜਿਹੜੀ ਗੱਲ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਹ ਸਾਡੇ ਸਿੱਖ ਪਰਿਵਾਰ ਆ ਔਰ ਅਫਗਾਨਿਸਤਾਨ ਦਾ ਜਿਹੜਾ ਇਤਿਹਾਸ ਉਹ ਸਿੱਖ ਪੰਥ ਦੇ ਇਤਿਹਾਸ ਦੇ ਵਿੱਚ ਜਿਹੜਾ ਕਿ ਬਹੁਤ ਕਮਾਲ ਦਾ ਹੈਗਾ। ਕਾਬਲ ਦਾ ਇਤਿਹਾਸ ਆ ਜਿਹੜਾ ਸਿੱਖ ਜਿਹੜਾ ਇਤਿਹਾਸ ਦੇ ਵਿੱਚ, ਜਦੋਂ ਕਾਬਲ ਦੀ ਕਥਾ ਆਉਂਦੀ ਹੈ, ਕਾਬਲ ਦਾ ਜਿਹੜਾ ਕਿ ਸੂਰਮਿਆਂ ਦੀਆਂ ਗਾਥਾਵਾਂ ਆਉਂਦੀਆਂ ਹਨ, ਇਹ ਉਸ ਧਰਤੀ 'ਤੇ ਪੈਦਾ ਹੋਏ ਸਿੱਖ ਆ। ਠੀਕ ਹੈ, ਹੁਣ ਇਸ ਵਕਤ ਉੱਥੇ ਹਾਲਾਤ ਜਿਹੜੇ ਆ ਉਹ ਨਹੀਂ ਰਹੇ, ਕਿਤੇ ਸਿੱਖਾਂ ਦਾ ਰਾਜ ਸੀ ਕਾਬਲ ਦੇ ਉੱਤੇ, ਤਾਂ ਔਖਿਆਈਆਂ ਸਖਿਆਈਆਂ ਝੱਲਦੇ ਇੱਧਰ ਆ ਗਏ ਨੇ। ਬੇਘਰੀਆਂ ਕੌਮਾਂ ਦੇ ਇਹੀ ਹਾਲ ਹੁੰਦੇ ਉੱਥੇ।
ਧਮਾਕੇ ਹੋਏ, ਗੁਰਦੁਆਰਿਆਂ ਦੇ ਉੱਤੇ ਹਮਲੇ ਹੋਏ ਤਾਂ ਇਹ ਬੇਘਰੇ ਨੇ, ਉੱਥੋਂ ਇੱਥੇ ਆ ਗਏ ਆ। ਇੱਥੇ ਵੀ ਇਹਨਾਂ ਨੂੰ ਅਜੇ ਤੱਕ ਜਿਹੜੀ ਹੈ ਉਹ ਨਾਗਰਿਕਤਾ ਨਹੀਂ ਮਿਲੀ ਹੈਗੀ। ਤਾਂ ਸਿੱਖਾਂ ਦਾ ਜ਼ਰੂਰ ਫਰਜ਼ ਬਣਦਾ, ਸਿੱਖਾਂ ਕੋਲੇ ਸੱਚੇ ਪਾਤਸ਼ਾਹ ਦਾ ਦਿੱਤਾ ਬਹੁਤ ਕੁਛ ਹੈ, ਸਿੱਖਾਂ ਦੀਆਂ ਵੱਡੀਆਂ ਸੰਸਥਾਵਾਂ ਨੇ, ਸਿੱਖਾਂ ਦੇ ਵੱਡੇ ਤਖ਼ਤ ਨੇ, ਸਿੱਖਾਂ ਦੀਆਂ ਵੱਡੀਆਂ ਸ਼ਖਸੀਅਤਾਂ ਨੇ, ਉਹ ਇਹਨਾਂ ਪਰਿਵਾਰਾਂ ਦੀ ਜਿਹੜੀ ਹਰ ਪੱਖ ਤੋਂ ਮਦਦ ਕਰਨ। ਜਿਸ ਤਰ੍ਹਾਂ ਯੂਨਾਈਟਿਡ ਸਿੱਖਸ ਨੇ 1 ਸਾਲ ਦੇ ਲਈ 11 ਪਰਿਵਾਰਾਂ ਦੀ ਪਹਿਲਾਂ ਜ਼ਿੰਮੇਵਾਰੀ ਚੁੱਕੀ ਹੋਈ ਸੀ, ਔਰ ਅੱਗੇ 1 ਸਾਲ ਦੀ ਜਿਹੜੀ ਇਹ ਫਿਰ ਮੁੜ ਤੋਂ ਅਪੀਲ ਕਰ ਰਹੇ, ਔਰ ਅਸੀਂ ਵੀ KTV ਦੇ ਮਾਧਿਅਮ ਰਾਹੀਂ ਉਹਨਾਂ ਨਾਲ ਰਾਬਤਾ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਵੀ ਅਸੀਂ ਇਹਨਾਂ ਪਰਿਵਾਰਾਂ ਨੂੰ ਉਸ ਦਿਨ ਮਿਲੇ ਸੀ ਜਿਸ ਦਿਨ ਇਹ ਉਸ ਬੰਬ ਧਮਾਕੇ ਨੂੰ ਅੱਖੀਂ ਦੇਖ ਕੇ, ਹੱਡੀ ਹੰਢਾ ਕੇ, ਕਈਆਂ ਦੇ ਕੱਪੜੇ ਤੱਕ ਜਿਹੜੇ ਉਹ ਖੂਨ ਦੇ ਭਿੱਜੇ ਹੋਏ ਸੀ ਜਦੋਂ ਇੱਥੇ ਆਏ ਆ, ਕਈਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਦਾਂ ਇੱਕ ਬੱਚੇ ਦੀ ਗੱਲ ਹੈਗੀ, ਉਹ ਵੀ ਯੂਨਾਈਟਡ ਸਿੱਖ ਨੇ ਜਿਹੜੀ ਹੈਲਪ ਕੀਤੀ, ਉਹ ਇਸ ਵਕਤ ਤੰਦਰੁਸਤ ਆ। ਤਾਂ ਅੱਗੇ ਵੀ ਲਗਾਤਾਰ ਇਹਨਾਂ ਪਰਿਵਾਰਾਂ ਦੇ ਵਾਸਤੇ ਇਹ ਬਾਹਾਂ ਬਣਨਾ ਸਾਡਾ ਫਰਜ਼ ਬਣਦਾ। ਕਿਤੇ ਇਹ ਪਰਿਵਾਰ ਉੱਥੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਘਰ ਦੇ ਵਿੱਚ ਰਾਜੇ ਸੀ, ਥੋੜ੍ਹਾ ਖਾਂਦੇ ਸੀ, ਵੱਧ ਖਾਂਦੇ ਸੀ, ਆਪਦਾ ਸ਼ਾਮ ਨੂੰ ਬੂਹਾ ਬੰਦ ਕਰਕੇ ਆਪਦੀ ਛੱਤ ਹੇਠ ਸੌਂਦੇ ਜਾਂਦੇ ਸੀ। ਅੱਜ ਕਿਰਾਇਆਂ 'ਤੇ ਬੈਠੇ, ਅੱਜ ਕਿਸੇ ਦੇ ਜਿਹੜਾ ਕਿ ਜਿੱਦਾਂ ਕਹਿ ਲਓ ਵੀ ਮੁਜ਼ਾਰਿਆਂ ਵਾਂਗ ਬੈਠੇ ਹੋਏ ਆ। ਤਾਂ ਇਹ ਕਾਫੀ ਔਖਾ ਸਮਾਂ, ਪਰ ਸੱਚੇ ਪਾਤਸ਼ਾਹ ਪ੍ਰਮਾਤਮਾ ਮਿਹਰ ਕਰਨ ਇਹਨਾਂ ਸਾਰੇ ਪਰਿਵਾਰਾਂ ਨੂੰ ਜਿਹੜੇ ਅਫਗਾਨ ਦੇ ਵਿੱਚੋਂ ਆਏ ਆ ਔਖੇ ਸਮੇਂ ਦੇ ਵਿੱਚ ਉਜੜ ਕੇ ਆਏ ਕਹਿ ਲਈਏ, ਜਾਂ ਕਿਉਂਕਿ ਅਸੀਂ 47 ਦੀਆਂ ਗੱਲਾਂ ਆਪਣੇ ਦਾਦਿਆਂ ਤੋਂ, ਨਾਨਿਆਂ ਤੋਂ ਸੁਣੀਆਂ, ਅਸੀਂ 84 ਦੀਆਂ ਗੱਲਾਂ ਆਪਣੇ ਭਾਈਆਂ ਤੋਂ ਸੁਣੀਆਂ। ਤਾਂ ਇਹਨਾਂ ਵਾਸਤੇ ਇਹ 47 ਆ, ਇਹਨਾਂ ਵਾਸਤੇ 84 ਤੋਂ ਵੀ ਵੱਧ ਆ। ਔਰ ਇਹਨਾਂ ਨੇ ਤੇ ਆਪਣੇ ਉਹ ਇਤਿਹਾਸਕ ਸਥਾਨ ਜਿਹੜੇ ਬਹੁਤ ਮਾਣਮੱਤੇ ਇਤਿਹਾਸਕ ਸਥਾਨ ਨੇ ਉਹ ਛੱਡ ਕੇ ਮਜਬੂਰੀ 'ਚ ਆਏ ਹੈਗੇ ਆ। ਤਾਂ ਬਹੁਤ ਜ਼ਿਆਦਾ ਜਿਹੜਾ ਇਹ ਔਖਾ ਸਮਾਂ। ਹੋਰ ਤੁਸੀਂ ਜਾਂਦੇ ਜਾਂਦੇ ਸਿੱਖ ਪੰਥ ਦੇ ਨਾਮ ਸੁਨੇਹਾ ਜਿਹੜਾ ਉਹ ਕੀ, ਜਾਂ ਕੋਈ ਜਿਹੜੀ ਗੱਲਬਾਤ ਕੀ ਸਾਂਝੀ ਕਰਨਾ ਚਾਹੁੰਦੇ? बस मैं तो एक ही अरदास करनी है कि सतगुरु जिस तरह यूनाइटेड सिख टीम सेवा कर रही है, ਇਹਦੇ ਨਾਲ ਹੋਰ ਵੀ ਸੰਸਥਾਵਾਂ ਮਿਲ ਕੇ ਇਹ ਸੇਵਾ ਕਰਨ ਤੇ ਸਾਨੂੰ ਵੀ ਸਤਿਗੁਰੂ ਉਹ ਸਮਾਂ ਬਖਸ਼ੇ ਕਿ ਅਸੀਂ ਵੀ ਕਿਸੇ ਟਾਈਮ ਇਹ ਸੇਵਾ ਕਰ ਸਕੀਆਂ। ਤੇ ਇਹ ਅਖੀਰਲੀ ਇਹ ਬੇਨਤੀ ਹੈ ਕਿ ਸਤਿਗੁਰੂ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਜੇ ਅਫਗਾਨਿਸਤਾਨ ਦੀ ਸੰਗਤ ਨਾਲ ਵਾਪਰਿਆ, ਕਿਸੇ ਵੀ ਧਰਮ ਦੇ ਬੰਦੇ ਨੂੰ ਇਹ ਮੌਕਾ, ਇਹ ਦਿਨ ਨਾ ਦਿਖਾਵੇ ਤੇ ਸਤਿਗੁਰੂ ਕਿਰਪਾ ਕਰੇ, ਰਹਿਮਤ ਕਰੇ। ਬਸ ਇਹੀ ਆਖਰੀ ਅਪੀਲ ਹੈ ਕਿ ਜਿਸ ਤਰ੍ਹਾਂ 1 ਸਾਲ ਦੀ ਮਦਦ ਕੀਤੀ ਗਈ, ਔਰ ਵੀ ਮਦਦ ਕੀਤੀ ਜਾਵੇ। ਮੈਨੂੰ ਬਿਲਕੁਲ ਸ਼ਰਮ ਵੀ ਆਉਂਦੀ ਹੈ ਮੰਗਣਾ। ਨਹੀਂ ਨਹੀਂ, ਇਹ ਨਹੀਂ ਹੁੰਦੀ। ਜਦੋਂ ਅਸੀਂ ਭਰਾਵਾਂ ਦੇ ਨਾਲ, ਇਹ ਵੀ ਨਹੀਂ ਅਸੀਂ ਵਾਰ-ਵਾਰ ਤੁਹਾਡੇ ਤੋਂ ਇਹ ਵੀ ਨਹੀਂ ਕਹਾਉਣਾ ਚਾਹੁੰਦੇ, ਅਸੀਂ ਭਰਾਵਾਂ ਵਾਂਗ ਬੈਠੇ ਹੋਏ ਆ। ਕਿ ਮੈਨੂੰ ਯਾਦ ਆ, ਅਸੀਂ ਉਹ ਸਮਾਂ ਦੇਖਿਆ ਸੀ ਜਦੋਂ ਤੁਸੀਂ ਬੱਚਾ ਛੋਟਾ ਸੀ, ਦਾਖਲ ਸੀ, ਕਿਉਂਕਿ ਮੀਡੀਆ ਰਾਹੀਂ ਯੂਨਾਈਟਡ ਸਿੱਖ ਨੇ ਸੋਸ਼ਲ ਮੀਡੀਆ 'ਤੇ ਜਦੋਂ ਅਪਡੇਟ ਕੀਤਾ ਵੀ ਉਹ ਬੱਚਾ ਹੁਣ ਠੀਕ ਹੈ, ਸਭ ਕੁਛ। ਤਾਂ ਇਹ ਭਰਾਵਾਂ ਦੇ ਨਾਲ ਚਰਚਾ ਹੁੰਦੀ ਆ, ਅਤੇ ਇਹ ਸਾਧਨ ਹੈਗੇ, ਇਹ ਕੈਮਰੇ, ਇਹ ਮਾਈਕ ਸਾਡੇ ਸਾਧਨ ਨੇ ਦੂਜੇ ਭਰਾਵਾਂ ਤੱਕ ਸੁਨੇਹਾ ਦੇਣ ਦੇ। ਜਦੋਂ ਤੁਸੀਂ ਅਫਗਾਨਿਸਤਾਨ ਦੇ ਵਿੱਚ ਸੀ, ਉੱਥੇ ਔਖੀ ਘੜੀ ਸੀ, ਤੁਸੀਂ ਵੀਡੀਓ ਰਾਹੀਂ ਇਹਨਾਂ ਨੂੰ ਦੱਸਿਆ ਵੀ ਸਾਨੂੰ ਲੋੜ ਆ, ਤਾਂ ਪੰਥ ਨੇ ਤੁਹਾਡੀ ਬਾਂਹ ਫੜੀ। ਔਰ ਅੱਗੇ ਵੀ ਇਹ ਜ਼ਰੂਰੀ ਹੈਗਾ। ਬਿਲਕੁਲ ਵੀ ਹਾਂਜੀ ਹਾਂਜੀ, ਬਸ ਸਾਰੇ ਸੰਸਥਾਵਾਂ ਦਾ, ਖਾਸ ਕਰਕੇ ਯੂਨਾਈਟਡ ਸਿੱਖ ਟੀਮ ਦਾ, ਸਾਰੀਆਂ ਸੰਗਤਾਂ ਦਾ, ਜੇ ਦਿੱਲੀ ਵਿੱਚ ਨੇ ਜਾਂ ਦਿੱਲੀ ਤੋਂ ਬਾਹਰ ਨੇ, ਜਿਨ੍ਹਾਂ ਨੇ ਅਫਗਾਨਿਸਤਾਨ ਦੇ ਸਿੱਖ ਸੰਗਤਾਂ ਤੇ ਹਿੰਦੂ ਸੰਗਤਾਂ ਦੀ ਮਦਦ ਕੀਤੀ, ਸਤਿਗੁਰੂ ਤੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਰੀਆਂ ਸੰਗਤਾਂ ਵੱਲੋਂ। ਫਿਰ ਵੀ ਇੱਕ ਵਾਰ ਧੰਨਵਾਦ। 10 ਪਾਸੋਂ ਵਾਧਾ ਘਾਟਾ ਕੁਛ ਬੋਲਿਆ ਹੋਵੇ ਤਾਂ ਮਾफ़ ਕਰਨਾ, ਸਾਰੀਆਂ ਸੰਗਤਾਂ ਤੋਂ ਮਾफ़ੀ ਦੇ ਜਾਚੇਗਾ ਆਪ ਜੀ ਦੀ TV ਰਾਹੀਂ। ਤੇ ਬਸ ਸਤਿਗੁਰੂ ਸਾਰਿਆਂ ਨੂੰ ਨਾਮ ਬਾਣੀ ਸੇਵਾ ਸਿਮਰਨ ਨਾਲ ਜੋੜੀ ਰੱਖੇ ਤਾਂ ਆਪਣਾ ਜੀਵਨ ਸਫਲ ਕਰ ਸਕੇ। ਜੀ ਬਿਲਕੁਲ। ਤਾਂ ਇਹ ਗੁਰੂ ਕੇ ਪਿਆਰੇ ਆ, ਆਪਣੇ ਘਰਾਂ ਦੇ ਵਿੱਚੋਂ ਉਜੜ ਕੇ ਆਏ, ਅਣਹੋਣੀਆਂ ਵਾਪਰੀਆਂ, ਇਹਨਾਂ ਨੇ ਉਹ ਗੁਰਦੁਆਰਾ ਸਾਹਿਬ ਛੱਡੇ, ਉਹ ਗੁਰੂ ਕੇ ਦਰਬਾਰ ਛੱਡੇ, ਉਹ ਗੁਰੂ ਘਰ ਛੱਡੇ ਜਿਨ੍ਹਾਂ ਨੂੰ ਇਹਨਾਂ ਨੇ, ਜਿੱਦਾਂ ਦੱਸਿਆ, ਮੈਂ ਪੜ੍ਹਾਈ ਛੱਡਤੀ ਸੀ ਕਿਉਂਕਿ ਬਜ਼ੁਰਗ ਬਾਪੂ ਜੀ ਸੀ, ਮਾਤਾ ਜੀ ਸੀ, ਉਹਨਾਂ ਨੂੰ ਪਾਲਣ ਵਾਸਤੇ। ਪਰ ਗੁਰਦੁਆਰਾ ਸਾਹਿਬ ਕਿਤੇ ਦੇਖੋ ਜਾ ਕੇ, ਸੇਵਾਵਾਂ ਉੱਥੇ ਦੇਖੋ, ਕਿੰਨੇ ਪਿਆਰ ਦੇ ਨਾਲ ਇਹ ਵੀ ਦਿਨ ਤਿਉਹਾਰ ਮਨਾਉਂਦੇ ਸੀ, ਨਗਰ ਕੀਰਤਨ ਕੱਢਦੇ ਸੀ, ਗੁਰੂ ਘਰ ਜਾ ਕੇ ਰੱਬ ਕਰਦੇ ਸੀ। ਪਰ ਹਾਲਾਤ ਇਸ ਤਰ੍ਹਾਂ ਦੇ ਬਣੇ। ਤਾਂ ਸਿੱਖਾਂ ਦੇ ਕੋਲ ਬਹੁਤ ਸਾਰੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਨੇ ਜਿਹੜੀਆਂ ਵਿਸ਼ਵ ਭਰ ਦੇ ਵਿੱਚ, ਜਦੋਂ ਕਿਸੇ ਬੇਗਾਨਿਆਂ ਦੇ ਉੱਤੇ ਵੀ, ਪਰ ਇਹ ਤੇ ਗੁਰੂ ਕੇ ਸਿੱਖ ਨੇ, ਇਹ ਤੇ ਸਾਡੇ ਪਰਿਵਾਰ ਨੇ, ਜਦੋਂ ਕੋਈ ਹੋਰ ਵੀ ਗੈਰ ਸਿੱਖ ਵੀ ਜਿਸ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਉਹਨਾਂ ਦੇ ਮੂੰਹ ਦੇ ਵਿੱਚ ਅੰਨ ਦਿੰਦੇ ਆ, ਉਹਨਾਂ ਦੇ ਤਨ ਢੱਕਦੇ ਆ, ਉਹਨਾਂ ਦੇ ਉੱਤੇ ਕੱਪੜੇ ਪਾਉਣੇ ਆ, ਉਹਨਾਂ ਦੇ ਉੱਤੇ ਛੱਤਾਂ ਪਾਉਣੇ ਆ। ਬਹੁਤ ਸਾਰੀਆਂ ਸੰਸਥਾਵਾਂ ਨੇ, ਯੂਨਾਈਟਡ ਸਿੱਖਸ ਹੈ, ਖਾਲਸਾ ਹੈ, ਬ੍ਰਿਟਿਸ਼ ਸਿੱਖ ਕੌਂਸਲ ਹੈ, ਯੂਅਰਸਿਵ ਹੈ, ਸੈਫ ਹੈ, ਬਹੁਤ ਸਾਰੀਆਂ ਸੰਸਥਾਵਾਂ ਨੇ, ਸ਼੍ਰੋਮਣੀ ਕਮੇਟੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਲੈ ਕੇ ਜਿਹੜਾ ਹੈਗਾ, ਇਹ ਹੁਕਮ ਹੁੰਦੇ ਨੇ ਵੀ ਕੌਮ ਇਹਨਾਂ ਪਰਿਵਾਰਾਂ ਦੀ ਬਾਂਹ ਫੜੇ। ਇਹ ਅਫਗਾਨਿਸਤਾਨ 'ਚੋਂ, ਸੀਰੀਆ ਦੇ ਵਿੱਚ ਜਦੋਂ ਬੰਬ ਡਿੱਗਦੇ ਨੇ ਤਾਂ ਗੁਰੂ ਕੇ ਸਿੱਖ ਜਿਹੜੇ ਉੱਥੇ ਜਾ ਕੇ ਲੰਗਰ ਲਾਉਂਦੇ ਆ। ਇਹ ਮਾਣ ਜਿਹੜਾ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਇਹ ਸਾਨੂੰ ਹਾਸਲ ਹੈ। ਤਾਂ ਇਹਨਾਂ ਪਰਿਵਾਰਾਂ ਦੇ ਵਾਸਤੇ ਜਿਹੜਾ ਜ਼ਰੂਰ ਸਿੱਖ ਸੰਗਤ ਨੂੰ ਲਗਾਤਾਰ ਸੋਚਣਾ ਪਊਗਾ, ਕਿਉਂਕਿ ਸਾਲ ਤੇ ਇੰਜ ਝੱਟ ਲੰਘ ਜਾਂਦਾ ਹੈ, ਔਰ ਸਾਲ ਇਹਨਾਂ ਦਾ ਲੰਘ ਗਿਆ। ਬਾਕੀ ਪਰਿਵਾਰਾਂ ਦੀ ਜਿਹੜੀ ਹੈਗੀ ਆ, ਉਹ ਕੁਛ ਕੈਲੀਫੋਰਨੀਆ ਦੀ ਸੰਗਤ ਨੇ ਉਹ ਮਦਦ ਕੀਤੀ ਹੈ ਅੱਗੇ। ਔਰ ਇਹਨਾਂ ਪਰਿਵਾਰਾਂ, ਕਿਉਂਕਿ ਇਹ ਵੀ ਸਾਡੇ ਹੀ ਪਰਿਵਾਰ ਨੇ, ਇਹਨਾਂ ਦੀਆਂ ਬੱਚੀਆਂ, ਇਹਨਾਂ ਦੇ ਛੋਟੇ ਬੱਚੇ, ਇਹਨਾਂ ਦੀਆਂ ਮਾਤਾਵਾਂ, ਬੀਬੀਆਂ, ਉਹ ਸਾਡੇ ਵਾਂਗ ਨੇ।
ਇਹ ਜ਼ਰੂਰ ਹੈ ਵੀ ਇਹ ਉਸ ਕੌਮ ਦੇ ਵਿੱਚੋਂ ਨੇ ਜਿਹੜੀ ਕੌਮ ਅੱਜ ਬੇਘਰਿਆਂ ਵਾਂਗ ਆ, ਉੱਥੇ ਹਮਲੇ ਹੋਏ ਇਹ ਇੱਥੇ ਆ ਗਏ ਆ, ਇੱਥੇ ਜਿਨ੍ਹਾਂ ਨੂੰ ਹੁੰਦੇ ਆ ਉਹ ਬਾਹਰ ਚਲੇ ਜਾਂਦੇ, ਉੱਥੇ ਹਮਲੇ ਹੁੰਦੇ ਗਾਂਹ ਚਲੇ ਜਾਂਦੇ ਆ। ਗੁਰੂ ਪ੍ਰਮਾਤਮਾ ਬਖਸ਼ਿਸ਼ ਕਰੇ, ਛੱਤ ਬਣੇ, ਔਰ ਇਹਨਾਂ ਪਰਿਵਾਰਾਂ ਦੇ ਵਾਸਤੇ ਜਿਹੜਾ ਜ਼ਰੂਰ ਸਿੱਖਾਂ ਨੂੰ ਸੋਚਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਪ੍ਰਮਾਤਮਾ ਬਖਸ਼ਿਸ਼ ਕਰੇ, ਤੁਸੀਂ ਗੁਰੂ ਦੇ ਪਿਆਰ ਵਾਲੇ ਹੋ, ਸਤਿਕਾਰ ਵਾਲੇ ਹੋ, ਸੱਚੇ ਪਾਤਸ਼ਾਹ ਖੁਸ਼ੀਆਂ ਬਖਸ਼ਣਗੇ। ਵਾਹਿਗੁਰੂ ਜੀ ਕਾ ਖਾਲਸਾ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।